ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਆਪਣਾ ਜੋ ਵਿਸ਼ਾ ਉਹ ਹੈ ਭਾਵਨਾ। ਭਾਵਨਾ ਕੀ ਆਪਾਂ ਦੇਖਦੇ ਹੀ ਹਾਂ ਵੀ ਅੱਜ ਕੱਲ੍ਹ ਦਾ ਜਿਹੜਾ ਦੌਰ ਚੱਲ ਰਿਹਾ ਉਹਦੇ ਵਿੱਚ ਸਭ ਨਾਲੋਂ ਜ਼ਿਆਦਾ ਆਪਾਂ ਨੂੰ ਭਾਵਨਾ ਵਸ ਕਰਕੇ ਇਮੋਸ਼ਨਲੀ ਬਲੈਕਮੇਲ ਕਰਕੇ ਕੋਈ ਸੰਤ ਆ ਜਾਂ ਕੋਈ ਮਹਾਤਮਾ ਜਾਂ ਕੋਈ ਪ੍ਰਚਾਰਕ, ਇਹ ਨੀਗਾ ਵੀ ਭਾਵਨਾ ਦਾ ਨਜਾਇਜ਼ ਫਾਇਦਾ ਵੀ ਇਕੱਲੇ ਸੰਤ ਬਾਬੇ ਉਠਾਉਂਦੇ ਆ, ਪ੍ਰਚਾਰਕ ਨਹੀਂ ਉਠਾਉਂਦੇ। ਇਹ ਸਰਾਸਰ ਗਲਤ ਹੈ। ਇਹ ਸਾਰੇ ਪਾਸੇ ਹੀ ਇਹ ਚੀਜ਼ਾਂ ਫੈਲ ਗਈਆਂ ਕਿਉਂਕਿ ਸਾਨੂੰ ਇਮੋਸ਼ਨਲੀ ਹੀ ਉਸੇ ਢੰਗ ਨਾਲ ਬਲੈਕਮੇਲ ਕੀਤਾ ਜਾਂਦਾ ਹੈ ਕਿ ਅਸੀਂ ਮੱਲੋ ਮੱਲੀ ਫਿਰ ਉਸ ਦੇ ਮਗਰ ਲੱਗ ਜਾਂਦੇ ਹਾਂ। ਸੋ ਸਭ ਦੇ ਆਪੋ ਆਪਣੇ ਤਰੀਕੇ ਨੇ। ਸੋ ਜਿਹੜੀ ਭਾਵਨਾ ਹੋਣੀ ਚਾਹੀਦੀ ਸੀ ਉਹ ਇੱਕ ਅੰਨੀ ਭਾਵਨਾ ਦੇ ਰੂਪ ਵਿੱਚ ਹੋ ਗਈ ਆ। ਇੱਕ ਤਾਂ ਆਪਾਂ ਦੇਸੀ ਜੀ ਭਾਸ਼ਾ 'ਚ ਕਹਿ ਦਿੰਦੇ, ਇੱਕ ਤਾਂ ਸ਼ਰਧਾਲੂ ਹੁੰਦੇ ਆ, ਇੱਕ ਸ਼ਰਧਾ ਉੱਲੂ ਹੁੰਦੇ ਆ। ਸੋ ਬਹੁਤ ਫਰਕ ਹੈ। ਸੋ ਕੀ ਦੇਖਦੇ ਹਾਂ ਅੱਜ ਕੱਲ੍ਹ ਦੇ ਦੌਰ 'ਚ, ਜਿਹੜੇ ਤਾਂ ਪ੍ਰਚਾਰਕ ਨੇ, ਮੈਂ ਪਹਿਲਾਂ ਹੀ ਸਪਸ਼ਟ ਕਰ ਦੇਣਾ ਚਾਹੁੰਦਾ, ਬਾਅਦ 'ਚ ਤੁਸੀਂ ਰੌਲਾ ਪਾਓ ਕਿ ਇੱਥੇ ਮੈਂ ਜਿਹੜੀ ਗੱਲ ਕਰਨ ਲੱਗਾ ਕਿਸੇ ਪ੍ਰਚਾਰਕ ਜਾਂ ਕਿਸੇ ਬਾਬੇ ਨੂੰ ਮੈਂ ਲਾ ਕੇ ਨਹੀਂ ਗੱਲ ਕਰਨ ਲੱਗਾ। ਮੈਂ ਮੂਹਰੇ ਕੁਛ ਜਿਹੜਾ ਸ਼ਬਦ ਆ ਉਹ ਵਰਤਣ ਲੱਗਿਆ ਵੀ ਸਾਰੇ ਨਹੀਂ, ਕਿਉਂਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕੁਛ ਕੁ ਪ੍ਰਚਾਰਕ ਨੇ ਅਤੇ ਕੁਛ ਕੁ ਬਾਬੇ ਨੇ ਜਿਹੜੇ ਕਿ ਇਮੋਸ਼ਨਲੀ ਬਲੈਕਮੇਲ ਕਰਕੇ ਬੰਦੇ ਨੂੰ ਆਪਣੇ ਮਗਰ ਲਾਉਂਦੇ ਨੇ। ਕੀ ਦੇਖਦੇ ਹਾਂ ਵੀ ਜਿਹੜੇ ਤਾਂ ਪ੍ਰਚਾਰਕ ਨੇ ਕੁਛ ਕੁ, ਉਹ ਦੇਖਦੇ ਆ ਵੀ ਅੱਜ ਕੱਲ੍ਹ ਦੇ ਆਸੇ ਪਾਸੇ ਪਤਾ ਹੀ ਆ ਕਿਉਂਕਿ ਇੰਟਰਨੈਟ ਸਭ ਚਲਾਉਂਦੇ ਨੇ। ਉਹ ਦੇਖਦੇ ਆ ਵੀ ਸਾਰੇ ਆਪਣੇ ਸੰਗਤਾਂ ਦਾ ਜਾਂ ਮੁੰਡੇ ਦਾ ਜਾਂ ਕੁੜੀਆਂ ਦਾ ਕਿਸ ਪਾਸੇ ਰੁਝਾਨ ਚੱਲ ਰਿਹਾ। ਕੋਈ ਵਿਸ਼ਾ ਜਾਂ ਕੋਈ ਗਾਣਾ ਵਾਇਰਲ ਹੋ ਗਿਆ ਜਾਂ ਕੋਈ ਵੀਡੀਓ ਵਾਇਰਲ ਹੋ ਗਈ ਆ ਜਾਂ ਕੁਛ ਵੀ ਚੀਜ਼ ਵਾਇਰਲ ਹੋ ਗਈ, ਉਸ ਦੇ ਉੱਤੇ ਉਹਨਾਂ ਨੇ ਆਪਣੀ ਟੀਕਾ ਟਿੱਪਣੀ ਕਰਨੀ ਹੀ ਕਰਨੀ ਆ। ਜਾਂ ਕੋਈ ਹੋਰ ਚੀਜ਼ਾਂ ਆਪਾਂ ਦੇਖੀਏ ਵੀ ਜ਼ਿਆਦਾਤਰ ਬੰਦਿਆਂ ਦੇ ਵਿੱਚ ਆਹ ਚੀਜ਼ ਦਾ ਇੰਟਰਸਟ ਚੱਲ ਰਿਹਾ ਵਾ ਸੰਸਾਰ ਦੇ ਵਿੱਚ। ਇਹ ਚੀਜ਼ ਹੁਣ ਬਹੁਤ ਜ਼ਿਆਦਾ ਹੋ ਚੁੱਕੀ ਹੈ ਵੀ ਆਪਾਂ ਹੁਣ ਜੇ ਆਪਣਾ ਆਪ ਦਾ ਨਾਮ ਬਣਾਉਣਾ ਵਾ ਤਾਂ ਲੋਕਾਂ ਨੂੰ ਆਪਣੇ ਮਗਰ ਲਾਉਣਾ, ਤਾਂ ਆਪਾਂ ਉਸ ਚੀਜ਼ 'ਤੇ ਯਾਨੀ ਕਿ ਟਰੈਂਡ ਦੇ ਪਿੱਛੇ ਜਾਂਦੇ ਆ ਅਤੇ ਉਹਨੂੰ ਫਿਰ ਲੋਕ ਕਹਿੰਦੇ ਵੀ ਹਾਂ ਵੀ ਇਹ ਵੀ ਬੜੀ ਚੰਗੀ ਗੱਲ ਕਰਦਾ, ਫਿਰ ਲੋਕ ਉਹਦੇ ਮਗਰ ਲੱਗਦੇ ਆ। ਸੋ ਉਹ ਕੋਈ ਵੀ ਗੱਲ ਕਰਨ ਲੱਗਿਆ ਗੁਰੇਜ਼ ਨਹੀਂ ਕਰਦੇ ਵੀ ਸਾਨੂੰ ਜਿਹੜੀ ਸਟੇਜ ਮਿਲੀ ਆ ਉਹ ਧਰਮ ਨੇ ਦਿੱਤੀ ਆ, ਇਹ ਧਾਰਮਿਕ ਗੱਲਾਂ ਕਰਨ ਵਾਸਤੇ ਦਿੱਤੀ ਆ, ਨਾ ਕਿ ਪਬਲਿਕ ਦਾ ਇੰਟਰਸਟ ਦੇਖਣ ਵਾਸਤੇ ਦਿੱਤੀ। ਪਬਲਿਕ ਨੂੰ ਸੱਚ ਦੱਸਣ ਤੋਂ ਉਹ ਝਿਜਕਦੇ ਆ। ਉਹਨਾਂ ਦੀ ਹੀ ਮਨ ਦੀ ਗੱਲ ਬੁੱਝ ਕੇ ਉਹਨਾਂ ਨੂੰ ਹੀ ਸੁਣਾ ਦੇਣੀ, ਫਿਰ ਉਹ ਲੋਕ ਕਹਿੰਦੇ ਆ ਵੀ ਬੜਾ ਤਕੜਾ ਪ੍ਰਚਾਰਕ ਹੈ ਇਹ, ਬਈ ਬਹੁਤ ਹੀ ਚੰਗੀਆਂ ਗੱਲਾਂ ਕਰਦਾ ਹੈ, ਇਹ ਸਮਾਜ 'ਚ ਗੱਲਾਂ ਇਹੀ ਕਰ ਸਕਦਾ, ਹੋਰ ਕੋਈ ਕਰ ਨਹੀਂ ਸਕਦਾ। ਫਿਰ ਆ ਗਈ ਗੱਲ ਕੁਛ ਕੁ ਬਾਬਿਆਂ ਦੀ। ਕੋਈ ਸੰਗਤ ਜਾਂਦੀ ਆ, ਦੇਖ ਲੈਂਦੇ ਆ ਵੀ ਆਉਣ ਦਾ ਰੀਜ਼ਨ ਕੀ ਹੈ ਇਹਦਾ, ਗੱਲਾਂ ਮਤਲਬ ਕਰਦੇ ਆ, ਹਾਂਜੀ ਸਾਨੂੰ ਜੀ ਆਹ ਦੁੱਖ ਆ, ਸਾਨੂੰ ਜੀ ਇੱਦਾਂ ਹੋ ਗਿਆ, ਸਾਨੂੰ ਜੀ ਉਹ ਹੋ ਗਿਆ, ਜਾਂ ਘਰੇ ਕਲੇਸ਼ ਰਹਿੰਦਾ, ਜਾਂ ਕੁਛ ਵੀ ਜੋ 100 ਪ੍ਰੋਬਲਮਾਂ ਹੁੰਦੀਆਂ ਘਰਾਂ ਦੀਆਂ, ਜਾਂ ਕੋਈ ਬਿਜ਼ਨਸ ਦੀ ਪ੍ਰੋਬਲਮ ਆ, ਕੁਛ ਵੀ ਪ੍ਰੋਬਲਮ ਆ, ਉਹ ਸ਼ੇਅਰ ਕਰਦੇ ਆ, ਉਹ ਆਪਣਾ ਦਿਲ ਖੋਲ੍ਹ ਕੇ ਮੂਹਰੇ ਰੱਖ ਦਿੰਦੇ ਆ। ਕਿਹਦੇ ਕਰਕੇ? ਗੁਰੂ ਨਾਨਕ ਸਾਹਿਬ ਦੇ ਕਰਕੇ, ਵੀ ਇਹ ਗੁਰੂ ਨਾਨਕ ਸਾਹਿਬ ਦਾ ਹੀ ਬੰਦਾ। ਸੋ ਉਹਨਾਂ ਦੀ ਭਾਵਨਾ, ਉਹੀ ਭਾਵ ਨਾਲ ਪ੍ਰਚਾਰਕਾਂ 'ਚ ਵੀ ਆ, ਉਹੀ ਭਾਵ ਨਾਲ ਬਾਬਿਆਂ ਨੇ ਵੀ ਆ। ਫਿਰ ਉਹ ਵੀ ਉਹਨਾਂ ਦਾ ਫਾਇਦਾ ਚੁੱਕਦਾ, ਅਖੰਡ ਪਾਠ ਕਰਾਉਣ ਲਈ ਪ੍ਰੇਰਦਾ ਉਹਨਾਂ ਨੂੰ। ਤੁਹਾਡੇ ਮੈਂ ਦੁੱਖ ਕੱਟ ਦਿਆਂਗਾ, ਤੁਹਾਨੂੰ ਮੈਂ ਆਹ ਦਾਤ ਦਵਾ ਦਿਆਂਗਾ, ਤੁਹਾਨੂੰ ਮੈਂ ਐਸਾ ਕਰ ਦਿਆਂਗਾ, ਯਾਨੀ ਕਿ ਭਰਮਾਉਂਦਾ। ਦੋਨੋਂ ਹੀ ਭਰਮਾਉਂਦੇ ਆ, ਬਾਬੇ ਵੀ ਘੱਟ ਨਹੀਂ ਅਤੇ ਘੱਟ ਪ੍ਰਚਾਰਕ ਵੀ ਨਹੀਂ। ਪ੍ਰਚਾਰਕ ਬਾਬਿਆਂ ਨੂੰ ਭੰਡੀ ਜਾਂਦੇ ਆ ਵੀ ਇਹ ਪੁਜਾਰੀਵਾਦ ਕਹਿ ਲਓ, ਚਾਹੇ ਬ੍ਰਾਹਮਣਵਾਦ ਕਹਿ ਲਓ, ਵੀ ਇਹ ਉਹ ਕਰਦੇ ਆ, ਕਰ ਦੋਨੇ ਰਹੇ ਆ। ਉਹ
डायरैक्ट करी जाते आ, वो इनडायरैक्ट करी जाते, करते दोनों ही आ। सो अंत नूं सिੱਟਾ की निकलिया, ਜਿਹੜਾ ਤਾਂ प्रचारक आ उन्हें निचोड़ती, सारा कुछ करता, गल खत्म करती भी रब है नहीं, खमियाजा भुगतना पिया परमात्मा नूं। ठीक है जी। ਜਿਹੜੇ ਬਾਬੇ ਆ ਉਹ 100 ਗੱਪਾਂ ਮਾਰ ਲੈਣ, ਸਾਰਾ ਕੁਝ ਸੁਣਾ ਲੈਣ, ਲੋਕਾਂ ਨੂੰ ਪਿੱਛੇ ਲਾ ਲੈਣ, ਅੰਤਰੋਂ ਨਿਚੋੜ ਕੀ ਨਿਕਲਦਾ, ਲੋਕ ਥੂ ਥੂ ਕਿਹਦੀ ਕਰਦੇ ਆ, ਜਿਨ੍ਹਾਂ ਤੋਂ ਉਹ ਵਰੋਸਾਏ ਨੇ। ਜਿਵੇਂ ਨਾਨਕਸਰ ਦੇ ਵਿੱਚ ਲਾ ਲਓ, ਨਾਨਕਸਰ ਦੇ ਕੁਛ ਕੁ ਬਾਬਿਆਂ ਨੇ ਅਜਿਹੇ ਗੱਪ, ਅਜਿਹੇ ਝੂਠ ਛੱਡੇ। ਸੋ ਖਾਮਿਆਜਾ ਭੁਗਤਣਾ ਕਿਹਨੂੰ ਪੈ ਰਿਹਾ? ਬਾਬਾ ਨਾਨਕ ਸਿੰਘ ਜੀ ਨੂੰ। ਕਿਉਂਕਿ ਇਹ ਕਹਿ ਰਹੇ ਵੀ ਜੇ ਕੋਕੋ ਹੀ ਇਹੀ ਤਾਂ ਕੋਕੋ ਦੇ ਬੱਚੇ ਵੀ ਉਹੋ ਜਿਹੇ ਹੋਣਗੇ ਸਾਰੇ। ਜਾਣੀ ਕਿ ਇਹੋ ਜਿਹੀਆਂ ਕਹਾਵਤਾਂ ਵਰਤਦੇ ਆ ਵੀ ਪੁੱਠਾ ਸਿੱਧਾ ਨਾਂ ਲੈ ਕੇ ਮੈਂ ਤਾਂ ਨਹੀਂ ਬੋਲ ਸਕਦਾ ਵੈਸੇ। ਸੋ ਆਪ ਜੀ ਦੇਖਦੇ ਹੀ ਹੋਵੋਗੇ, ਝੂਠੀਆਂ ਸਿੱਧੀਆਂ ਫੋਟੋਆਂ ਬਣਾਤੀਆਂ। ਬਾਬਾ ਨਾਨਕ ਸਿੰਘ ਜੀ ਫੌਜ 'ਚ ਭਰਤੀ ਸੀ, ਇਹ ਅੰਗਰੇਜ਼ਾਂ ਦੇ ਟਾਊਟ ਸੀਗੇ, ਐਸਾ ਸੀ ਵੈਸਾ ਸੀ, 20 ਗੱਲਾਂ ਕਰਦੇ ਆ। ਸ਼ੁਰੂ ਕਿੱਥੋਂ ਹੋਈਆਂ? ਬੀਜੀਆਂ ਕਿਸੇ ਨੇ ਆ, ਵੱਢਣੀਆਂ ਕਿਸੇ ਨੂੰ ਪੈ ਰਹੀਆਂ। ਅਸੀਂ ਵੀ ਵੀਡੀਓ ਕੋਈ ਸ਼ੇਅਰ ਕਰਦੇ ਆ, ਉੱਪਰ ਨਾਨਕਸਰ ਦਾ ਨਾਮ ਦੇਖ ਲੈਂਦੇ ਆ, ਸਾਡੇ ਮਗਰ ਲੱਗ ਜਾਂਦੇ ਆ। ਬਥੇਰੀ ਵਾਰ ਕਲੀਅਰ ਕੀਤਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਗੱਲਾਂ ਦੇ ਨਾਲ। ਅਸੀਂ ਬਾਬਾ ਨਾਨਕ ਸਿੰਘ ਜੀ ਮਹਾਰਾਜ ਜੋ ਉਹਨਾਂ ਦੀ ਕਰਨੀ ਹੈ, ਜੋ ਉਹਨਾਂ ਨੇ ਕੀਤਾ, ਉਹ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਹੈ। ਗੁਰਮਤਿ ਤੋਂ ਬਾਹਰ ਉਹ ਕਦੇ ਨਹੀਂ ਗਏ। ਅਗਰ ਕਿਸੇ ਦੇ ਦਿਮਾਗ 'ਚ ਕੋਈ ਸਵਾਲ ਹੈ ਤਾਂ ਮੈਂ ਨਾਲ ਈਮੇਲ ਆਈਡੀ ਆਪਣੀ ਮੈਂਸ਼ਨ ਕਰੂੰਗਾ, ਅਤੇ ਉਹਦੇ ਵਿੱਚ ਆਪ ਨੂੰ ਜੋ ਵੀ ਤੁਹਾਡਾ ਸਵਾਲ ਹੋਊਗਾ ਮੈਨੂੰ ਉੱਥੇ ਸਾਰੇ ਲਿਖ ਕੇ ਭੇਜ ਦਿਓ, ਮੈਂ ਵੀਡੀਓ ਰਾਹੀਂ ਜਵਾਬ ਦਊਂਗਾ। ਪਰ ਸ਼ਰਤ ਇਹ ਹੈ ਕਿ ਹੋਰ ਕਿਸੇ ਨਾਨਕਸਰ ਦੇ ਕਿਸੇ ਸਥਾਨ ਤੋਂ ਕੋਈ ਬਾਬਾ ਕੁਛ ਕਰਦਾ ਉਹਦਾ ਜ਼ਿੰਮੇਵਾਰ ਨਹੀਂ ਅਸੀਂ। ਬਾਬਾ ਨਾਨਕ ਸਿੰਘ ਜੀ ਨੇ ਜੋ ਮਰਿਆਦਾ ਬਣਾਈ ਆ, ਜੋ ਉਹਨਾਂ ਨੇ ਕੰਮ ਕੀਤੇ ਆ, ਜੋ ਉਹਨਾਂ ਨੇ ਗੱਲਾਂ ਕਹੀਆਂ, ਉਹ ਤੁਸੀਂ ਸਾਨੂੰ ਦੱਸੋ ਵੀ ਆਹ ਗਲਤ ਕਹੀ ਆ, ਅਸੀਂ ਉਹਦਾ ਜਵਾਬ ਦੇ ਤੁਹਾਨੂੰ ਮੈਂ ਦਊਂਗਾ। ਮੈਂ ਬਾਬਾ ਚਰਨ ਸਿੰਘ ਜੀ ਕੋਲ ਵੀ ਨਹੀਂ ਜਾਊਂਗਾ, ਕਿਉਂਕਿ ਮੈਨੂੰ ਇੰਨੀ ਕੁ ਸਮੱਤ ਹੈ, ਇੰਨਾ ਕੁ ਮੈਨੂੰ ਪਤਾ ਵਾ ਬਾਬਾ ਨਾਨਕ ਸਿੰਘ ਜੀ ਬਾਰੇ ਕਿ ਉਹਨਾਂ ਨੇ ਸਾਰੀ ਉਮਰ ਆਪਣੇ ਨਾਲ ਨਹੀਂ ਜੋੜਿਆ ਕਿਸੇ ਨੂੰ। ਉਹਨਾਂ ਨੇ ਤਾਂ ਆਪਣੀ ਸਾਰੀ ਜ਼ਿੰਦਗੀ ਕੁੱਲੀਆਂ 'ਚ ਕੱਟਤੀ। ਰੇਤ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਉਹ ਗੱਲਾਂ ਢੁੱਕਦੀਆਂ ਨੇ। ਪੱਤੇ ਪੁੱਤੇ ਖਾ ਕੇ ਗੁਜ਼ਾਰਾ ਕੀਤਾ ਉਹਨਾਂ ਨੇ ਕਿ ਉਹ ਕੋਈ ਪੱਕਾ ਕਮਰਾ ਨਹੀਂ ਪਾ ਸਕਦੇ ਸੀ ਆਪਣੇ ਲਈ। ਰਾਜੇ ਮਹਾਰਾਜੇ ਪੈਰੀਂ ਆ ਕੇ ਡਿੱਗਦੇ ਸੀ। ਇੱਕ ਦੋ ਸ਼ਰਧਾਲੂ ਵੀ ਸੀ ਕਿ ਉਹਨਾਂ ਨੇ ਕਿਹਾ ਵੀ ਤੁਹਾਨੂੰ ਉਹਨਾਂ ਟਾਈਮਾਂ 'ਚ ਲੱਖਾਂ ਰੁਪਏ ਦੀ ਸੇਵਾ ਉਹ ਦਿੰਦੇ ਸੀ, ਤਾਂ ਬਾਬਾ ਜੀ ਨੇ ਮਨਾ ਕੀਤਾ, ਕਹਿੰਦੇ ਮੈਂ ਕੀ ਕਰਨਾ ਪੈਸਿਆਂ ਤੋਂ, ਮੇਰਾ ਤਾਂ ਗੁਰੂ ਨਾਨਕ ਮੇਰੇ ਲਈ ਬਹੁਤ ਆ। ਤਾਂ ਉਸ ਨੂੰ ਸੇਠ ਨੂੰ ਹੰਕਾਰ ਆ ਗਿਆ। ਉਹ ਕਹਿੰਦਾ ਵੀ ਤੈਨੂੰ ਮੇਰੇ ਵਰਗਾ ਦਾਨੀ ਨਹੀਂ ਕਿਤੇ ਮਿਲਣਾ। ਤਾਂ ਬਾਬਾ ਜੀ ਨੇ ਇੱਕੋ ਗੱਲ ਲਿਖੀ, ਕਹਿੰਦੇ ਜੇ ਤੂੰ ਆਪਦੇ ਆਪ ਨੂੰ ਦਾਨੀ ਕਹਿੰਦਾ ਵੀ ਮੇਰਾ ਵਰਗਾ ਦਾਨੀ ਨਹੀਂ ਕਿਤੇ ਮਿਲਣਾ, ਤਾਂ ਤੈਨੂੰ ਮੇਰੇ ਵਰਗਾ ਤਿਆਗੀ ਵੀ ਨਹੀਂ ਕਿਤੇ ਮਿਲਣਾ। ਜਾ ਲੈ ਜਾ ਆਪਦੇ ਪੈਸੇ ਮੋੜ 'ਤੇ। ਉਸ ਟਾਈਮ ਦਾ ਲੱਖ ਰੁਪਇਆ ਅੱਜ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਕਰੋੜ ਰੁਪਏ ਦੇ ਬਰਾਬਰ ਹੋਵੇਗਾ। ਹੁਣ ਅੱਜ ਕੱਲ੍ਹ ਦੇ ਕਿਸੇ ਬਾਬੇ ਨੂੰ ਕਰੋੜ ਰੁਪਇਆ ਦੇ ਕੇ ਦੇਖ ਲਓ, ਜਾ ਖਾ ਮਨਾ ਕਰ ਜੇ। ਸੋ ਉਹ ਗੱਲਾਂ ਵਾ ਵੀ ਜੋ ਕੁਛ ਵੀ ਆਪਾਂ ਕਰਦੇ ਹਾਂ ਉਹਦਾ ਖਾਮਿਆਜਾ ਆਪਣੇ ਵੱਡਿਆਂ ਨੂੰ ਭੁਗਤਣਾ ਪੈਂਦਾ। ਗੱਲਾਂ ਆਪਾਂ ਉਹੀ ਕਰੋ ਜਿਹੜੀ ਸੱਚ ਆ। ਆਪਣੇ ਨੌਜਵਾਨ ਪੀੜ੍ਹੀ ਆ, ਮੈਂ ਵੀ ਨੌਜਵਾਨ ਪੀੜ੍ਹੀ ਦੇ ਵਿੱਚ ਹੀ ਸ਼ਾਮਿਲ ਹਾਂ। ਆਪਾਂ ਨੂੰ ਸੇਧ ਕੀ ਮਿਲ ਰਹੀ ਆ ਸ਼ੁਰੂ ਤੋਂ ਹੀ ਵੀ ਰੱਬ ਹੈ ਨਹੀਂ। ਕੌਣ ਦੇ ਰਿਹਾ? ਪ੍ਰਚਾਰਕ। ਦੂਜੇ ਪਾਸੇ ਬਾਬੇ ਆ, ਉਹਨਾਂ ਦਾ ਨਾਮ ਬਦਨਾਮ ਹੋ ਗਿਆ। ਕਿਹਨਾਂ ਕਰਕੇ? ਦੋ ਚਾਰ ਜਿਹੜੇ ਪਖੰਡ ਕਰਦੇ ਉਹਨਾਂ ਦੇ ਕਰਕੇ ਬਦਨਾਮ ਸਾਰੇ ਹੋ ਗਏ। ਸੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਪ੍ਰਚਾਰਕ ਵੀ ਇੱਕੋ ਜਿਹੇ ਨਹੀਂ ਹੁੰਦੇ। ਸੋ ਇਹਨਾਂ ਦੀ ਮਾਨਸਿਕਤਾ ਪਤਾ ਨਹੀਂ ਕੀ ਬਣ ਗਈ, ਪਤਾ ਨਹੀਂ ਇਹਨਾਂ ਦੇ ਮਨ ਦੇ ਵਿੱਚ ਉਹ ਚੀਜ਼ ਵੜ ਗਈ ਵੀ ਅਸੀਂ ਆਪਣਾ ਨਾਮ ਬਣਾਉਣਾ, ਸਾਰੀ ਦੁਨੀਆ 'ਚ ਆਪਣਾ ਨਾਮ ਫੈਲਾ ਦੇਣਾ, ਮੇਰੇ ਇੰਨੇ ਫੋਲੋਵਰ ਹੋ ਜਾਣ। ਪ੍ਰਚਾਰਕ ਕਹਿੰਦਾ ਵੀ ਮੈਂ ਲੋਕਾਂ ਦੀਆਂ ਭਾਵਨਾਵਾਂ ਨੂੰ ਘੁਮਾ ਕੇ ਆਪਣੇ ਫੋਲੋਵਰ ਵਧਾ ਲਵਾਂ। ਮਕਸਦ ਕੀ ਆ? ਪੈਸਾ। ਬਾਬੇ ਆ ਉਹ ਬਰ ਸ਼ਰਾਬ ਦੇਣ 'ਚ ਹੀ ਲੱਗੇ ਰਹਿੰਦੇ 24 ਘੰਟੇ। ਉਹਨਾਂ ਦਾ ਕੀ ਮੇਨ ਮਕਸਦ ਆ? ਪੈਸਾ। ਬਾਬਾ ਨਾਨਕ ਸਿੰਘ ਜੀ ਦਾ ਬਚਨ ਇੱਕ ਉਹ ਮੈਂ ਲਿਖ ਕੇ ਵੀ ਹੁਣ ਸੀਰੀਜ਼ ਸ਼ੁਰੂ ਕੀਤੀ ਅਸੀਂ। ਉਹ ਤਾਂ ਵੱਖ ਵੱਖ ਤਰ੍ਹਾਂ ਦੇ ਬਚਨ ਅਸੀਂ ਲਿਖ ਕੇ ਸ਼ੇਅਰ ਕਰ ਰਹੇ ਹਾਂ
ਤੁਹਾਨੂੰ ਆਪਣੇ ਆਪ ਆਈਡੀਆ ਆ ਜਾਏਗਾ ਵੀ ਆਹ ਗੱਲਾਂ ਉਹਨਾਂ ਨੇ ਆਪਣੇ ਮਕਾਰਬਿਨ ਤੋਂ ਬਿਆਨ ਕੀਤੀਆਂ ਵਾ। ਤੁਸੀਂ ਆਪੇ ਹਿਸਾਬ ਲਾ ਸਕਦੇ ਹੋ, ਇੰਨੀ ਸੈਂਸ ਆਪਣੇ ਕੋਲ ਸਭ ਕੋਲ ਹੈਗੀ ਆ ਵੀ ਇਹ ਗੱਲਾਂ ਆਪ ਦੇ ਨਾਲ ਜੋੜੀਆਂ ਜਾਂ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਿਆ। ਸੋ ਘੁੰਮ ਘੁਮਾ ਕੇ ਗੱਲ ਸਾਰੀ ਫਿਰ ਉੱਥੇ ਸਾਡੀ ਭਾਵਨਾਵਾਂ ਦਾ ਨਜਾਇਜ਼ ਫਾਇਦਾ ਚੁੱਕਿਆ। ਬਾਬਾ ਜੀ ਨੇ ਇੱਕ ਵਾਰੀ ਕਿਹਾ ਸੀ, ਉਹ ਕਹਿੰਦੇ ਵੀ ਜਿਹੜਾ ਤਾਂ ਸੰਤ ਜਾਂ ਮਹਾਤਮਾ ਕੁਛ ਉਹਨੂੰ ਕੋਈ ਰਿੱਧੀ ਸਿੱਧੀ ਮਿਲ ਜਾਵੇ, ਉਹਦਾ ਉਹ ਇਸਤੇਮਾਲ ਵਰ ਸ਼ਰਾਬ ਦੇਣ 'ਚ ਕਰ ਗਿਆ ਤਾਂ ਉਹ ਗੁਰੂ ਨਾਨਕ ਦਾ ਸਿੱਖ ਅਖਵਾਉਣ ਦਾ ਕਾਬਿਲ ਨਹੀਂ ਰਿਹਾ। ਗੁਰੂ ਨਾਨਕ ਦਾ ਘਰ 'ਚ ਕੀ ਹੁਕਮ ਆ? ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਕਿਸੇ ਇੱਕ ਦਾ ਭਲਾ ਨਹੀਂ ਲੋਚਦੇ, ਉਹ ਸਰਬੱਤ ਦਾ ਭਲਾ ਚੱਲਦਾ। ਜੇ ਕੋਈ ਕਾਲ ਪਊਗਾ ਤਾਂ ਸਭ ਨੂੰ ਪਊਗਾ, ਇਹ ਨਹੀਂ ਕਿ ਵਿੱਚੋਂ ਦੋ ਚਾਰ ਬਚ ਜਾਣਗੇ, ਨਹੀਂ। ਜੇ ਕੋਈ ਕਰੋਨਾ ਆਊਗਾ ਤਾਂ ਉਹ ਸਾਰੇ ਸੰਸਾਰ 'ਚ ਹੀ ਫੈਲੂਗਾ। ਜਿੱਥੇ ਕਿਤੇ ਵੀ ਜਾਣ ਕਿ ਇਹ ਚੀਜ਼ ਕੋਈ ਭੇਦਭਾਵ ਵਾਲੀ ਗੱਲ ਨਹੀਂ, ਕੋਈ ਤਕੜਾ ਮਾੜਾ ਕੋਈ ਕੁਛ ਨਹੀਂ ਹੈ ਗੁਰੂ ਨਾਨਕ ਦੇ ਘਰ 'ਚ, ਸਭ ਇੱਕੋ ਜਿਹੇ ਆ। ਲੰਗਰ ਦੀ ਪ੍ਰਥਾ ਵੀ ਇਸੇ ਕਰਕੇ ਚਲਾਈ ਸੀ ਗੁਰੂ ਸਾਹਿਬਾਂ ਨੇ ਵੀ ਕੋਈ ਰਾਜਾ ਮਹਾਰਾਜਾ ਵੀ ਜਿਹਦੇ ਮਨ 'ਚ ਹੰਕਾਰ ਸੀ ਉਹਨੂੰ ਪਹਿਲਾਂ ਉਹ ਲੰਗਰ ਦੇ ਵਿੱਚ ਭੇਜਦੇ ਸੀ ਵੀ ਪ੍ਰਸ਼ਾਦਾ ਛਕ ਕੇ ਆਓ, ਫਿਰ ਗੁਰੂ ਸਾਹਿਬ ਜੀ ਦਰਸ਼ਨ ਦੇਣਗੇ। ਕਿਉਂਕਿ ਉੱਥੇ ਉਹ ਆਮ ਇਨਸਾਨਾਂ ਦੇ ਵਿੱਚ ਬੈਠੂਗਾ, ਉਹਦਾ ਜਿਹੜਾ ਲੈਵਲ ਉਹਦੇ ਦਿਮਾਗ 'ਚ ਵੜ ਗਿਆ ਵੀ ਮੈਂ ਬਹੁਤ ਉੱਚਾ, ਉਹ ਲੈਵਲ ਡਾਊਨ ਕਰਨ ਦੀ ਖਾਤਰ ਹੁਣ ਸਾਡੇ ਵਾਲੇ ਕੀ ਕਰਦੇ ਆ? ਅੱਜ ਚੱਲੇ ਆ ਸ੍ਰੀ ਹਰਿਮੰਦਰ ਸਾਹਿਬ, ਹਾਂਜੀ ਮੱਥਾ ਟੇਕਿਆ, ਹੁਣ ਯਾਰ ਭੁੱਖ ਬਹੁਤ ਲੱਗੀ ਆ, ਚੱਲ ਲੰਗਰ ਹੈਗਾ ਕੋਲੇ, ਦਾਲ ਦੂਲ ਛਕ ਲਈ, ਰੋਟੀ ਖਾ ਲਈ, ਰੋਟੀ ਬੜੀ ਸਵਾਦ ਹੁੰਦੀ ਆ। ਲੰਗਰ ਪਾਣੀ ਛਕਿਆ, ਜੇ ਪੁੱਛਿਆ ਵੀ ਕਿਉਂ ਛਕਿਆ ਤਾਂ ਪ੍ਰਸ਼ਾਦ ਹੈ ਤਾਂ ਖਾਣਾ ਹੀ ਪੈਂਦਾ। ਬਾਬਾ ਨਾਨਕ ਸਿੰਘ ਜੀ ਸਾਨੂੰ ਇੱਕ ਗੱਲ ਸਮਝਾਈ ਸੀ, ਉਹ ਕਹਿੰਦੇ ਵੀ ਜੇ ਕਿਤੇ ਵੀ ਆਪਾਂ ਗੁਰੂ ਸਥਾਨ 'ਤੇ ਜਾਈਏ, ਪਹਿਲੀ ਗੱਲ ਤਾਂ ਜਿਹੜੇ ਗੁਰੂ ਸਥਾਨਾਂ ਦੇ ਲੰਗਰ ਬਣੇ ਆ ਉਹ ਬੇਸਹਾਰਾ ਵਾਸਤੇ ਬਣੇ ਆ ਜਾਂ ਊਚ ਨੀਚ ਖਤਮ ਕਰਨ ਵਾਸਤੇ ਬਣੇ ਸੀਗੇ। ਹੁਣ ਉਹ ਚੰਗੇ ਘਰ ਦੇ ਚੰਗੇ ਭਲੇ ਜਿਨ੍ਹਾਂ ਕੋਲ ਸਾਰਾ ਕੁਛ ਹੈਗਾ ਉਹ ਵੀ ਲੰਗਰ 'ਚ ਵੜਦੇ ਆ। ਕਿਉਂਕਿ ਉੱਥੇ ਫਰੀ ਦੀ ਰੋਟੀ ਮਿਲਦੀ ਆ। ਲੰਗਰ 'ਚ ਕਿਸੇ ਨੂੰ ਮਨਾਹੀ ਨਹੀਂ ਵੀ ਉੱਥੇ ਚਲੇ ਗਏ ਜਾਂ ਉੱਥੇ ਰੋਟੀ ਨਹੀਂ ਦੇਣਗੇ, ਨਹੀਂ, ਲੰਗਰ 24 ਘੰਟੇ ਗੁਰੂ ਦਾ ਚੱਲਦਾ, ਸਭ ਨੂੰ ਪ੍ਰਵਾਨਗੀ ਆ। ਪਰ ਸਾਡੀ ਸਮਝ ਹੋਣੀ ਚਾਹੀਦੀ ਆ। ਬਾਬਾ ਜੀ ਨੇ ਸਮਝਾਇਆ ਸੀ, ਉਹ ਕਹਿੰਦੇ ਵੀ ਆਪਾਂ ਕਿਸੇ ਵੀ ਗੁਰੂ ਸਥਾਨ 'ਤੇ ਜਾਈਏ, ਅਗਰ ਲੰਗਰ ਛਕਣਾ ਪੈ ਜੇ ਤਾਂ ਕੀ ਕਰਨਾ ਵਾ? 5-10 ਮਿੰਟ ਜਾਂ ਤਾਂ ਝਾੜੂ ਦੀ ਸੇਵਾ ਕਰੋ ਜਾਂ ਬਰਤਨ ਵਗੈਰਾ ਧੋ ਲਓ ਸੰਗਤ ਦੇ ਜੂਠੇ, ਜਾਂ ਸੰਗਤ ਦੇ ਜੋੜਿਆਂ ਦੀ ਸੇਵਾ ਕਰ ਦਿਓ, ਸੰਗਤ ਜੋੜੇ ਸਾਫ਼ ਕਰ ਦਿਓ। 10 ਮਿੰਟ 15 ਮਿੰਟ ਜਿੰਨੀ ਕੁ ਆਪਣੀ ਸ਼ਰਧਾ ਹੈਗੀ ਹੈ ਲਾ ਕੇ ਫਿਰ ਤੁਸੀਂ ਲੰਗਰ ਛਕਣਾ। ਇਸ ਤੋਂ ਇਲਾਵਾ ਤੁਸੀਂ ਲੰਗਰ ਛਕਣ ਦੇ ਹੱਕਦਾਰ ਨਹੀਂ ਹੈਗੇ। ਆਪਾਂ ਗੁਰੂ ਘਰ ਜਾਂਦੇ ਹਾਂ, ਉੱਥੋਂ ਖਾ ਕੇ ਮੁੜਦੇ ਹਾਂ। ਖਾਣਾ ਅਸੀਂ ਰੱਬ ਦਾ ਹੀ ਆ, ਜਿਹੜਾ ਘਰੇ ਖਾਂਦੇ ਉਹ ਵੀ ਰੱਬ ਦੇ ਦਿੱਤਾ ਹੀ ਆ। ਸੋ ਆਪਾਂ ਇਸ ਤੋਂ ਬਿਹਤਰ ਆ ਵੀ ਗੁਰੂ ਘਰਾਂ ਜਾ ਕੇ ਅਸੀਂ ਕਾਹਤੋਂ ਇਹੋ ਜਿਹੀ ਗੱਲਾਂ ਕਰਦੇ ਹਾਂ? ਕੋਈ ਗਰੀਬ ਬੇਸਹਾਰਾ ਹੈ, ਉਹ ਗੁਰੂ ਦਾ ਘਰ ਦੇਖ ਕੇ ਉਹ ਅੰਦਰ ਆ ਗਿਆ, ਪ੍ਰਸ਼ਾਦਾ ਛਕ ਲਿਆ, ਉਸ ਨੂੰ ਕੋਈ ਨਾ ਨਹੀਂ ਹੈਗੀ, ਕੋਈ ਉਸ ਨੂੰ ਨਾ ਕਰਨੀ, ਕੋਈ ਰੂਲ ਉੱਤੇ ਲਾਗੂ ਨਹੀਂ ਹੁੰਦੇ। ਇਹ ਰੂਲ ਲਾਗੂ ਉਹਨਾਂ 'ਤੇ ਹੁੰਦੇ ਜਿਹੜੇ ਸਾਰਾ ਕੁਛ ਸਰਦੇ ਵਰਦੇ ਵਾਲੇ ਵੀ ਜਾ ਕੇ ਉੱਥੇ ਨੀਂਦ ਦਿਖਾ ਦਿੰਦੇ ਆ, ਖੀਰ 'ਤੇ ਜਾ ਕੇ ਡਿੱਗ ਪੈਂਦੇ ਵੀ ਖੀਰ ਖਾਣੀ ਆ ਹੁਣ। ਸੋ ਆਪਾਂ ਗੱਲ 'ਤੇ ਵਾਪਸ ਆਉਂਦੇ, ਮੈਂ ਵੀ ਕਈ ਵਾਰੀ ਹੋਰ ਪਾਸੇ ਲੰਘ ਜਾਂਦਾ ਕਿਉਂਕਿ ਮੈਂ ਸੋਚਦਾ ਰਹਿਣਾ ਵੀ ਇਹ ਚੀਜ਼ਾਂ ਜੋ ਹੋਣੀਆਂ ਚਾਹੀਦੀਆਂ ਸੀ ਉਹ ਹੋ ਨਹੀਂ ਰਹੀਆਂ, ਵੀ ਚੱਕਰ ਕੀ ਆ ਇਹ। ਸੋ ਕਸੂਰ ਕੁਛ ਕੁ ਪ੍ਰਚਾਰਕਾਂ ਦਾ, ਕੁਛ ਕੁ ਬਾਬਿਆਂ ਦਾ, ਖਾਮਿਆਜਾ ਮਾਲਕਾਂ ਨੂੰ ਭੁਗਤਣਾ ਪੈ ਰਿਹਾ। ਆਉਣ ਵਾਲੀ ਪੀੜ੍ਹੀ ਨੂੰ ਬਸ ਇਹੀ ਸੇਧ ਮਿਲੀ ਜਾਂਦੀ ਆ। ਪ੍ਰਚਾਰਕ ਕਹਿੰਦੇ ਆ ਗੁਰੂ ਨਾਨਕ ਹੈ ਨਹੀਂ, ਬਾਬਾ ਨਾਨਕ ਹੈ ਨਹੀਂ, ਰੱਬ ਹੈ ਨਹੀਂ, ਤੇ ਨਾਲੇ ਵੀ ਕਹੀ ਜਾਂਦੇ ਆ ਵੀ ਜਿਹੜੇ ਬਾਬੇ ਆ ਉਹ ਸਾਰੇ ਪਖੰਡੀ ਆ। ਉਹ ਨਾ ਉਹ ਗੁਰੂ ਨਾਨਕ ਨੂੰ ਮੰਨਦੇ ਆ ਤੇ ਨਾ ਉਹ ਕਿਸੇ ਸਾਧੂ ਸੰਗਤ ਦੀ ਸੇਵਾ ਕਰਦੇ ਆ, ਨਾ ਉਹ ਸਤਸੰਗ ਤੇ ਜਾਂਦੇ ਆ। ਅੰਤ ਨੂੰ ਕੀ ਹੋਊਗਾ ਉਹ ਆਪੇ ਤੁਸੀਂ ਸੋਚ ਸਮਝਦੇ ਹੋ ਵੀ ਅੰਤ ਕੀ ਬਣੇਗਾ ਇਸ ਚੀਜ਼ ਦਾ। ਸੋ ਇਹਨਾਂ ਨੂੰ ਆਪਣਾ ਫੇਮ, ਆਪਣਾ ਨਾਮ ਬਣਾਉਣ ਦੀ ਲੱਗੀ ਹੋਈ ਆ, ਪਰ ਅੰਤ ਇਹਨਾਂ ਨੇ ਸੋਚਣਾ ਨਹੀਂ, ਕਿਉਂਕਿ ਇਹਨਾਂ ਨੇ ਅੰਤ ਤੋਂ ਕੀ ਲੈਣਾ? ਕਰਨਗੇ ਜਿਹੜੇ ਹੈਗੇ 2-4 ਸਾਲ ਆਪਦੀ ਗੁੱਡੀ ਚੜ੍ਹਾ ਲਈਏ। ਸੋ ਗੁਰੂ ਸਾਹਿਬਾਂ ਨੇ ਵੀ ਜਿਹੜਾ ਪਖੰਡ ਦੇ ਵਿਰੁੱਧ ਆਵਾਜ਼ ਉਠਾਈ ਸੀ। ਇੱਕ ਦਿਨ ਮੈਂ ਬੈਠਾ ਸੋਚ ਰਿਹਾ ਸੀ ਵੀ ਇਹ ਕਿਵੇਂ ਹੋ ਗਿਆ ਵੀ ਇਹ ਜਿਹੜੇ ਵੀ ਕਹਿੰਦੇ ਆ ਵੀ ਮੂਰਤੀ ਪੂਜਾ ਦੇ ਗੁਰੂ ਸਾਹਿਬ ਵਿਰੁੱਧ ਸੀ। ਗੁਰੂ ਸਾਹਿਬਾਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਸੂਰਜ ਨੂੰ ਜਦੋਂ ਪਾਣੀ ਦੇ ਰਹੇ ਸੀ, ਉਹ
ਤਾਂ ਉਹ ਉਲਟੇ ਪਾਸੇ ਪਾਣੀ ਦੇਣ ਲੱਗ ਗਏ, ਕਹਿੰਦੇ ਇੱਧਰ ਮੇਰਾ ਖੇਤ ਆ, ਵੀ ਜੇ ਤੁਹਾਡਾ ਇੱਥੋਂ ਪਾਣੀ ਸੂਰਜ ਨੂੰ ਪਹੁੰਚ ਸਕਦਾ ਤਾਂ ਮੇਰਾ ਪਾਣੀ ਵੀ ਇੱਥੇ ਮੇਰੇ ਖੇਤਾਂ ਨੂੰ ਜਾ ਸਕਦਾ। ਪਖੰਡ ਦੇ ਵਿਰੁੱਧ ਆਵਾਜ਼ ਉਠਾਈ। ਉਹਦਾ ਕਾਰਨ ਕੀ ਸੀ? ਹੁਣ ਇਹ ਕੀ ਹੋਇਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ। ਆਪਾਂ ਮੂਰਤੀ ਪੂਜਾ ਨਹੀਂ ਕਰਨੀ, ਨਾਨਕਸਰੀਏ ਮੂਰਤੀ ਪੂਜਾ ਕਰਦੇ ਆ, ਜਾਂ ਇਹ ਪੱਥਰ ਦੀ ਮੂਰਤੀਆਂ ਹੁੰਦੀ ਆ, ਜਾਂ ਉਹ ਹੁੰਦੀ ਆ, ਜਾਂ ਉਹ ਹੁੰਦੀ ਆ। ਸੋ ਮੂਰਤੀ ਤਾਂ ਧੰਨੇ ਨੇ ਵੀ ਪੂਜੀ ਸੀ। ਸੋ ਭਾਵਨਾ ਦਾ ਫਰਕ ਆ। ਗੁਰੂ ਨਾਨਕ ਸਾਹਿਬ ਜੀ ਨੇ ਉਸ ਮੂਰਤੀ ਪੂਜਾ ਦਾ ਖੰਡਨ ਕੀਤਾ ਜਿਹੜਾ ਕਿ ਸਿਰਫ ਮੂਰਤੀ ਦੇ ਵਿੱਚ ਹੀ ਭਾਵਨਾ ਸੀ, ਪਰ ਮੂਰਤੀ ਤੋਂ ਜਦੋਂ ਹੀ ਪਾਸੇ ਹੁੰਦਾ ਸੀ ਤਾਂ ਉਹਦੀ ਭਾਵਨਾ ਬਦਲ ਜਾਂਦੀ ਸੀ, ਉਹ ਰੱਬ ਨੂੰ ਭੁੱਲ ਜਾਂਦਾ ਸੀ। ਸੋ ਰੱਬ ਨੂੰ ਇਕੱਲਾ ਇੱਕ ਮੂਰਤੀ ਦੇ ਵਿੱਚ ਹੀ ਸੀਮਿਤ ਸਮਝਦਾ ਸੀ, ਸਰਬ ਵਿਆਪਕ ਨਹੀਂ ਸਮਝਦਾ ਸੀ ਵੀ ਉਹ ਪਰਮਾਤਮਾ ਸਿਰਫ ਮੂਰਤੀ 'ਚ ਹੀ ਆ। ਪਰਮਾਤਮਾ, ਹਿੰਦੂ ਭਰਾ ਕਹਿੰਦੇ ਹੋਣਗੇ ਕਈ ਵੀ ਪਰਮਾਤਮਾ ਸਵੇਰੇ ਮੰਦਿਰ 'ਚ ਮੱਥਾ ਟੇਕਿਆ, ਬਾਹਰ ਆ ਕੇ ਪਰਮਾਤਮਾ ਨੂੰ ਭੁੱਲ ਗਏ। ਉਸ ਚੀਜ਼ ਦਾ ਵਿਰੋਧ ਆ। ਮਸੀਤਾਂ, ਮੰਦਿਰਾਂ, ਗੁਰਦੁਆਰਿਆਂ, ਚਰਚਾਂ ਦੇ ਵਿੱਚ, ਗੁਰਦੁਆਰਾ ਸਾਹਿਬ ਵੀ ਸਵੇਰੇ ਸ਼ਾਮ ਜਾਂਦੇ ਆ ਆਪਣੇ ਲੋਕ, ਸਵੇਰੇ ਸ਼ਾਮ, ਸਵੇਰੇ ਜਾ ਕੇ ਮੱਥਾ ਟੇਕਿਆ ਜਾਂਦਾ, 10 ਮਿੰਟ ਬਹਿ ਕੇ ਹਾਜ਼ਰੀ ਲਵਾ ਲਈ, ਸ਼ਾਮ ਨੂੰ ਜਾ ਕੇ ਮੱਥਾ ਟੇਕਿਆ ਜਾਂਦਾ, 10 ਮਿੰਟ ਬਹਿ ਕੇ ਹਾਜ਼ਰੀ ਲਵਾ ਲਈ, ਬਾਕੀ ਦਿਨ ਪਰਮਾਤਮਾ ਕਿਤੇ ਜਾਤ ਚ ਹੀ ਹੈ ਨਹੀਂ। ਸੋ ਉਹ ਵੀ ਮੂਰਤੀ ਪੂਜਾ ਵਾਲਾ ਹਿਸਾਬ ਹੀ ਹੋ ਜਾਂਦਾ ਵੀ ਜਿਹੜਾ ਆਪਾਂ ਗੁਰੂਦੁਆਰੇ ਦੀ ਇਕੱਲੀ ਇਮਾਰਤ ਦੇ ਵਿੱਚ ਹੀ ਰੱਬ ਨੂੰ ਗਿਣ ਰਹੇ ਹਾਂ ਜੀ, ਪਰਮਾਤਮਾ ਬਾਹਰ ਨਹੀਂ। ਉਹ ਸਾਡੇ ਪ੍ਰਚਾਰਕਾਂ ਦੀ ਬਸ ਮੇਨ ਇਹੀ ਮੁੱਦਾ ਚੱਕਿਆ ਵੀ ਬਾਹਰ ਰੱਬ ਰੂਬ ਕੋਈ ਨਹੀਂ ਹੈ, ਜੋ ਕੁਛ ਹੈ ਆਪਣੇ ਅੰਦਰ ਹੀ ਹੈ। ਸੋ ਇਹ ਗੱਲਾਂ ਜਿਹੜੀਆਂ ਬਾਬਾ ਜੀ ਨੇ ਆਵਾਜ਼ ਉਠਾਈ ਸੀ ਗੁਰੂ ਨਾਨਕ ਸਾਹਿਬ ਜੀ ਨੇ, ਉਹ ਪਖੰਡ ਦੇ ਵਿਰੁੱਧ ਇਹ ਉਠਾਈ ਸੀ ਕਿ ਉਹ ਇਕੱਲੀ ਮੂਰਤੀ ਪੂਜਾ ਦੇ ਵਿੱਚ ਹੀ ਨਾ ਬੜੇ ਰਹੋ, ਪਰਮਾਤਮਾ ਤਾਂ ਸਾਰੀ ਜਗ੍ਹਾ ਵਸਦਾ। ਇੱਕ ਪੱਥਰ ਦੀ ਮੂਰਤੀ ਦੇ ਵਿੱਚ ਪਰਮਾਤਮਾ ਨਹੀਂ, ਪਰਮਾਤਮਾ ਤਾਂ ਸਰਵ ਵਿਆਪਕ ਹੈ। ਉਹ ਕਿੱਥੇ ਨਹੀਂ? ਤੁਹਾਡੇ ਅੰਦਰ ਨਹੀਂ, ਜਾਂ ਕਿਤੇ ਬਾਹਰ ਪ੍ਰਕਿਰਤੀ 'ਚ ਨਹੀਂ, ਕਿੱਥੇ ਨਹੀਂ ਹੈ ਦੱਸੋ। ਸੋ ਉਹੀ ਹਾਲ ਹੁਣ ਨਾਨਕਸਰ ਦੇ ਵਿੱਚ ਬਾਬਾ ਨਾਨਕ ਸਿੰਘ ਜੀ ਨੇ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਹੈ ਜਿਹੜੀ ਲਵਾਈ ਹੈ। ਹੁਣ ਜੇ ਤਾਂ ਸਾਡੇ ਵਾਲੇ ਜਾਂ ਅਸੀਂ ਉਹ ਲਾ ਲਓ ਕਹੀਏ ਵੀ ਤਸਵੀਰ ਦੇ ਵਿੱਚ ਹੀ ਗੁਰੂ ਨਾਨਕ ਆ, ਬਾਹਰ ਕਿਤੇ ਹੈ ਨਹੀਂ, ਤਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਮਿਹਨਤ 'ਤੇ ਪਾਣੀ ਨਹੀਂ ਫੇਰਿਆ। ਜੇ ਕਹੀਏ ਵੀ ਤਸਵੀਰ ਵਾਲਾ ਵੀ ਗੁਰੂ ਨਾਨਕ ਆ ਤੇ ਬਾਹਰ ਵੀ ਗੁਰੂ ਨਾਨਕ ਹੈ। ਜਦੋਂ ਆਪਾਂ ਤਸਵੀਰ ਦੇ ਦਰਸ਼ਨ ਕਰਦੇ ਹਾਂ, ਤਸਵੀਰ ਦੇਖਦੇ ਹਾਂ, ਸਾਨੂੰ ਤਸਵੀਰ ਬਣਾਉਣ ਵਾਲਾ ਪੇਂਟਰ ਚੇਤੇ ਆਉਂਦਾ ਕਿ ਤਸਵੀਰ ਵਾਲਾ ਚੇਤੇ ਆਉਂਦਾ। ਸੋ ਇਹ ਗੱਲਾਂ ਸਾਡੇ ਦਿਮਾਗ 'ਚ ਪਤਾ ਨਹੀਂ ਕਿਉਂ ਨਹੀਂ ਵੜ ਰਹੀਆਂ, ਮੈਨੂੰ ਸਮਝ ਨਹੀਂ ਅਜੇ ਤੱਕ ਆਈ। ਉਹ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਹੀ ਉਹ ਗੱਲ ਨੂੰ ਘੁਮਾ ਦਿੰਦੇ ਆ, ਫਿਰ ਸਾਡੇ ਵਾਲੇ ਚੁੱਪ ਵੀ ਕਰ ਜਾਂਦੇ ਆ। ਜਵਾਬ ਇੰਨੇ ਸਾਲ ਹੋ ਗਏ ਮੈਨੂੰ ਘੱਟੋ ਘੱਟ ਇਹ ਗੱਲਾਂ ਸੋਚਦੇ ਨੂੰ ਹੋ ਗਏ ਹੋਣੇ 5-6 ਸਾਲ, ਯਾਨੀ ਕਿ ਮੈਂ ਤੋਂ ਤਕਰੀਬਨ 22 ਸਾਲ ਦਾ ਹੋਵਾਂਗਾ ਜਦ ਦੀਆਂ ਮੈਂ ਗੱਲਾਂ ਸੋਚ ਰਿਹਾ ਵੀ ਕੋਈ ਜਵਾਬ ਕਿਉਂ ਨਹੀਂ ਦੇ ਰਹੇ। ਸੋ ਦੇ ਮੇਰੀ ਵੀ ਮੱਤ ਬੁੱਧ ਛੋਟੀ ਸੀ, ਮੈਂ ਵੀ ਸੋਚਦਾ ਵੀ ਇਹਦਾ ਕੀ ਜਵਾਬ ਹੋਊਗਾ, ਵੀ ਹੁਣ ਜੇ ਮੈਂ ਵੀ ਦੇ ਲਾਂ, ਪਰ ਮੈਂ ਕਿਹਾ ਯਾਰ ਮੈਨੇ ਜੋਗਾ ਹੈ ਨਹੀਂ। ਸੋ ਮੈਨੂੰ ਬਾਬਾ ਚਰਨ ਸਿੰਘ ਜੀ ਤੋਂ ਮੱਤ ਮਿਲੀ, ਉਹਨਾਂ ਨੇ ਸਮਝਾਇਆ ਵੀ ਆਹ ਗੱਲਾਂ ਇੱਦਾਂ। ਸੋ ਹੁਣ ਕਈ ਸੋਚਦੇ ਹੋਣੇ ਵੀ ਤੁਸੀਂ ਕਾਹਤੋਂ ਨਹੀਂ, ਫਿਰ ਜੇ ਚੱਲ ਤੂੰ ਮੈਂ ਛੋਟਾ ਸੀ ਵੀ ਬਾਬਾ ਚਰਨ ਸਿੰਘ ਜੀ ਨੇ ਕਿਉਂ ਨਹੀਂ ਜਵਾਬ ਦਿੱਤਾ। ਸਾਡੇ ਹਾਲਾਤ ਉਸ ਟਾਈਮ ਮਾੜੇ ਸੀ। ਸੋ ਕੁਛ ਚੀਜ਼ਾਂ ਦਾ ਦਬਾਅ, ਕੁਛ ਹਾਲਾਤ, ਕੁਛ ਬੰਦਿਆਂ ਦਾ ਸਾਥ, ਯਾਨੀ ਕਿ ਉਹ ਚੀਜ਼ਾਂ, ਬਹੁਤ ਚੀਜ਼ਾਂ ਵਿੱਚ ਆਪਾਂ ਇਕੱਠੀਆਂ ਕਰ ਲਈਏ ਤਾਂ ਉਹ ਗੱਲ ਬਹੁਤ ਲੰਬੀ ਚੱਲ ਜਾਏਗੀ। ਸੋ ਬਾਕੀ ਰਹੀ ਤਾਂ ਬਾਕੀ ਜਦੋਂ ਗੁਰੂ ਨਾਨਕ ਸਾਹਿਬ ਦਾ ਹੁਕਮ ਆ, ਬੰਦਾ ਉਦੋਂ ਹੀ ਕੋਈ ਨਾ ਕੋਈ ਸਟੈਪ ਚੱਕਦਾ। ਸੋ ਇਹ ਸਾਰੀ ਗੱਲ ਭਾਵਨਾ 'ਤੇ ਖੜਦੀ ਹੈ। ਜੇ ਤਾਂ ਤੁਹਾਡੀ ਮੂਰਤੀ ਤੋਂ ਬਾਹਰ ਭਾਵਨਾ ਹੈ ਤਾਂ ਤੁਹਾਡੀ ਮੂਰਤੀ ਪੂਜਾ ਵੀ ਸਫਲੀ ਆ। ਜਿਵੇਂ ਧੰਨੇ ਭਗਤ ਨੇ ਦੇ ਵਿੱਚ ਭਾਵਨਾ ਸੀ, ਉਹਨੇ ਮੂਰਤੀ ਦੇ ਵਿੱਚੋਂ ਹੀ ਪ੍ਰਗਟ ਕਰ ਲਿਆ। ਹੁਣ ਜੀਤੋ ਧੰਨੇ ਨੇ ਪੱਥਰ ਲਿਆ ਸੀ, ਉਹਦੀ ਭਾਵਨਾ ਨਹੀਂ ਸੀ, ਉਹ ਬਥੇਰੀ ਉਹ ਢਕਵਾਂਜੇ ਜਿਹੇ ਕਰਦਾ ਸੀ ਆਪਦੇ, ਉਹ ਤੋਂ ਦੇਖ ਦੇਖ ਕੇ ਧੰਨਾ ਸਿੱਖਿਆ ਸੀ। ਉਹੀ ਚੀਜ਼ਾਂ ਧੰਨੇ ਨਹੀਂ ਕੀਤੀਆਂ, ਉਹੀ ਚੀਜ਼ਾਂ ਉਹ ਜੀਤੋਂ ਪੱਥਰ ਲਿਆ ਸੀਗਾ ਪੰਡਿਤ ਤੋਂ, ਉਹੀ ਚੀਜ਼ਾਂ ਉਹ ਕਰਦਾ ਸੀ। ਸੋ ਉਹਦੀ ਭਾਵਨਾ ਸੀ, ਉਹਦੀ 'ਚ ਭਾਵਨਾ ਹੈ ਨਹੀਂ ਸੀ। ਉਹਨੂੰ ਕੁਛ ਨਹੀਂ ਲੱਭਿਆ, ਇਹਨੇ ਸਾਰਾ ਕੁਛ ਲੱਭ ਲਿਆ। ਸੋ ਗੱਲ ਸਾਰੀ ਮੁੱਕਦੀ ਭਾਵਨਾ ਦੇ ਸਿਰ 'ਤੇ ਆ, ਪਰ ਸਾਡੀ ਭਾਵਨਾ ਦਾ ਕੋਈ ਨਜਾਇਜ਼ ਫਾਇਦਾ ਨਾ ਚੱਕੇ, ਇਸ ਚੀਜ਼ ਦਾ ਵੀ ਆਪਾਂ ਦੇਖਣਾ। ਸੋ ਇੰਨੀ ਕੁ ਸਮਝ ਰੱਖੋ, ਸਾਰੇ ਇੱਕੋ ਜਿਹੇ ਨਹੀਂ ਹੁੰਦੇ,
ਤੇ ਸਾਰੇ ਚੰਗੇ ਵੀ ਨਹੀਂ ਹੁੰਦੇ। ਸੋ ਆਪਾਂ ਜਦੋਂ ਭਾਵਨਾ ਦੇ ਨਾਲ, ਜੇਕਰ ਸਾਡੇ ਦੇ ਵਿੱਚ ਭਾਵਨਾ ਹੈ ਨਹੀਂ, ਉਹ ਕਹਿੰਦੇ ਵੀ ਤਰਕ ਕਰੋ, ਬਿਨਾਂ ਭਾਵਨਾ ਤੋਂ ਅਸੀਂ ਆਪਣੇ ਗੁਰੂ ਦਾ ਧਿਆਨ ਨਹੀਂ ਧਰ ਸਕਦੇ। ਸਾਡੇ ਅੰਦਰ 3 ਨਾੜੀਆਂ ਜਿਹੜੀਆਂ ਉੱਪਰ ਨੂੰ ਆ ਰਹੀਆਂ ਨੇ, ਇੜਾ, ਪਿੰਗਲਾ ਤੇ ਸੁਸ਼ਮਨਾ। ਸੋ ਉਹ 3 ਨਾੜੀਆਂ ਦਾ ਯਾਨੀ ਕਿ ਜਿਹੜਾ ਮੇਨ ਚੱਕਰ ਫਿਰ ਸਵਾਸਾਂ ਤੇ ਖੜ ਜਾਣਾ। ਸਾਡੇ ਹੁਣ ਆਪਾਂ, ਤੁਸੀਂ ਵੀਡੀਓ ਦੇਖ ਰਹੇ ਹੋ, ਤੁਸੀਂ ਭਾਵੇਂ ਜਲਦੀ ਵੀਡੀਓ ਚੈੱਕ ਵੀ ਕਰ ਸਕਦੇ ਹੋ। ਸਾਡੇ ਬਹੁਤ ਸਾਰੇ ਲੋਕਾਂ ਦੇ ਜਦੋਂ ਸਾਹ ਲੈਂਦੇ ਆਪਾਂ, ਜਾਂ ਸਾਹ ਬਾਹਰ ਕੱਢਦੇ ਅੰਦਰ ਲੈਂਦੇ ਆ, ਉਹ ਕਾਫੀ ਸਾਰੇ ਲੋਕਾਂ ਦੇ ਵਿੱਚ ਮੋਸਟਲੀ ਜ਼ਿਆਦਾਤਰ ਉਹ ਇੱਕ ਨੱਕ ਜਾਂ ਤਾਂ ਆਹ ਚੱਲਦਾ ਹੋਊ ਜਾਂ ਇੱਧਰਲਾ ਚੱਲਦਾ ਹੋਊਗਾ, ਜਾਂ ਤਾਂ ਸਾਹ ਇਸ ਤੋਂ ਜਾ ਰਿਹਾ ਜਾਂ ਇਸ ਤੋਂ ਜਾ ਰਿਹਾ ਵਾ। ਕਈ ਲੋਕਾਂ ਦੇ ਜਾ ਰਿਹਾ ਇੱਦਾਂ, ਜਿਨ੍ਹਾਂ ਦੇ ਸਾਹ ਦੋਨਾਂ ਤੋਂ ਜਾ ਰਿਹਾ ਲਗਾਤਾਰ। ਇਹ ਨਹੀਂ ਕਹਿੰਦਾ ਵੀ ਹੁਣ ਮੈਂ ਖਿੱਚਿਆ ਹੁਣ ਦੋਨਾਂ ਦੇ ਆ ਤੇ ਹੁਣ ਅਗਲੀ ਵਾਰੀ ਇੱਕ ਦੇ ਰਹਿ ਜਾਣਾ, ਨਹੀਂ, ਉਹ ਨਹੀਂ। ਲਗਾਤਾਰ ਦੋਨਾਂ ਪਾਸੇ ਸਵਾਸ ਉੱਪਰ ਅੰਦਰ ਬਾਹਰ ਅੰਦਰ ਜਾ ਰਹੇ ਆ, ਤਾਂ ਉਹ ਸਮਝ ਲੈਣ ਉਹ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦੇ ਪਾਤਰ ਬਣ ਗਿਆ। ਸੋ ਬਸ ਉਹਨਾਂ ਨੂੰ ਸਿਰਫ ਥੋੜ੍ਹੀ ਮਿਹਨਤ ਦੀ ਲੋੜ ਆ, ਉਹ ਮਿਹਨਤ ਕਰ ਲੈਣ, ਗੁਰੂ ਨਾਨਕ ਸਾਹਿਬ ਜੀ ਦਾ ਨਾਮ ਜਪਣ, ਬੇਨਤੀਆਂ ਕਰਨ, ਆਪਣਾ ਧਿਆਨ ਵੀ ਅਭਿਆਸ ਵੀ ਕਰਨ। ਸੋ ਪਰ ਇਹ ਅਭਿਆਸ ਗੱਲੀ ਬਾਤ ਨਹੀਂ ਕਿਸੇ ਦੀ, ਆਪਾਂ ਮਤਲਬ ਕਿਸੇ ਨੂੰ ਆਪਣਾ ਗੁਰੂ ਧਾਰਨਾ ਪਵੇਗਾ। ਮੈਂ ਗੁਰੂ ਇਹ ਨਹੀਂ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਦੇ ਬਰਾਬਰ ਹੋਵੇ, ਨਹੀਂ, ਉਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੋੜੇ। ਸੋ ਕੋਈ ਪੂਰਾ ਹੀ ਹੋਵੇ, ਕੋਈ ਸਾਧੂ ਮਹਾਂਪੁਰਸ਼ ਹੋਵੇ, ਕੋਈ ਮਹਾਂਪੁਰਸ਼ ਚਾਹੀਦਾ, ਕਿ ਮਹਾਂਪੁਰਸ਼ ਵੀ ਨਾਂ ਦਾ ਮਹਾਂਪੁਰਸ਼ ਨਾ ਹੋਵੇ, ਉਹ 'ਚ ਮਹਾਂ ਵਾਲੀ ਗੱਲ ਹੋਵੇ ਕੋਈ। ਸੋ ਜੋ ਦੋਨੇ ਸਵਾਸਾਂ ਰਾਹੀਂ ਆਪਣਾ ਸਵਾਸ ਚੜ੍ਹਨ ਲੱਗ ਗਿਆ ਉੱਪਰ ਨੂੰ, ਤਾਂ ਫਿਰ ਉਹ ਕੀ ਬਣੂਗਾ? 10ਵਾਂ ਦੁਆਰਾ, ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ਹੁਣ ਆਪਾਂ ਇਹਨੂੰ 10ਵਾਂ ਦੁਆਰ ਕਹਿ ਲਈਏ, ਜਿੱਥੇ ਆਪਣੇ 3 ਨਾੜਾਂ ਦੀ ਜਿਹੜੀ ਆਪਣੀ ਇੜਾ, ਪਿੰਗਲਾ ਤੇ ਸੁਖਮਨਾ, ਇਹ ਜਾ ਕੇ ਮੁੱਕਦੀਆਂ ਨੇ। ਤ੍ਰਿਵੇਣੀ ਕਹਿ ਲੈਂਦੇ ਆ, 3 ਨਦੀਆਂ ਕਹਿ ਲਓ, 3 ਨਾੜੀਆਂ ਕਹਿ ਲਓ, ਕੁਛ ਕਹਿ ਲਓ। ਤ੍ਰਿਵੇਣੀ ਜਿੱਥੇ ਜਾ ਕੇ ਮੁੱਕਦੀ ਆ, ਉਹ ਸਾਡੇ ਗੁਰੂ ਦਾ ਦੁਆਰ ਹੈ। ਗੁਰੂ ਦੁਆਰ ਹੈ ਲਾਈ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਜਿਹੜਾ 10ਵਾਂ ਦੁਆਰ ਤੇ ਗੁਰੂ ਦੁਆਰ, ਜਿਹੜੇ ਆਪਾਂ ਆਮ ਸ਼ਬਦ ਆਪਾਂ ਵਰਤਦੇ ਹਾਂ ਵੀ ਆਪਾਂ ਗੁਰੂਦੁਆਰਾ ਸਾਹਿਬ ਵਿਖੇ ਅੱਜ ਗਏ ਹਾਂ, ਜਾਂ ਪਿੰਡਾਂ ਦੇ ਵਿੱਚ ਗੁਰੂਦੁਆਰਾ ਸਾਹਿਬ ਬਣੇ ਹੋਏ ਨੇ, ਸਥਾਨ ਬਣੇ ਹੋਏ ਨੇ, ਜਿਹੜਾ ਉਹਨਾਂ ਦਾ ਸ਼ਬਦ ਆ ਗੁਰੂਦੁਆਰਾ। ਹੁਣ ਤਾਂ ਆਪਣੇ ਤਾਂ ਕਈ ਠੇਠ ਭਾਸ਼ਾ 'ਚ ਗੁਰਦੁਆਰੇ ਕਹਿੰਦੇ ਆ, ਉਹ ਗੁਰੂਦੁਆਰਾ ਵੀ ਨਹੀਂ ਕਹਿੰਦੇ, ਗੁਰਦੁਆਰੇ ਕਹਿੰਦੇ ਆ। ਚਲੋ, ਗੁਰੂਦੁਆਰਾ ਜਿਹੜਾ ਗੁਰੂ ਦਾ ਦੁਆਰ ਹੈ, ਉਹ ਆਹ ਆਪਣਾ ਇਹ ਗੁਰੂ ਦਾ ਦੁਆਰ ਹੈ। ਗੁਰੂਦੁਆਰੇ ਲਾਈ ਭਾਵਨੀ, ਇੱਥੇ ਭਾਵਨੀ ਲਾਉਣੀ ਆ, ਧਿਆਨ ਲਾਉਣਾ। ਇੱਕ ਨਾ 10ਵਾਂ ਦੁਆਰ ਦਿਖਾਇਆ। ਇਹ ਕਹਿੰਦੇ ਆ ਵੀ 10ਵਾਂ ਦੁਆਰ ਗੁਪਤਾ, ਸਾਨੂੰ ਪ੍ਰਗਟ ਕਰਨ ਦੀ ਕੀ ਲੋੜ ਆ, ਜੇ ਭਾਵਨੀ ਲਾਵਾਂਗੇ ਤਾਂ 10ਵਾਂ ਦੁਆਰ ਖੁੱਲ੍ਹਣਾ। ਨਹੀਂ, ਕਲਗੀਧਰ ਪਾਤਸ਼ਾਹ ਵੀ ਜ਼ਿਕਰ ਕਰਦੇ ਵੀ ਮੈਂ ਪਿਛਲੇ ਜਨਮ 'ਚ ਭਗਤੀ ਕੀਤੀ ਸੀ। ਹੇਮਕੁੰਟ ਪਰਬਤ ਹੈ ਜਹਾਂ, ਜਿਹੜੇ ਹੇਮਕੁੰਟ ਪਰਬਤ ਵੀ ਇਸੇ ਨੂੰ ਕਿਹਾ ਗਿਆ। ਉੱਥੇ ਵੀ ਗਾਂ ਜ਼ਿਕਰ ਹੁੰਦਾ ਵੀ, ਤੇ ਤ੍ਰਿਵੇਣੀ ਦਾ ਜ਼ਿਕਰ ਹੁੰਦਾ ਵੀ 3 ਨਦੀਆਂ ਉੱਥੇ ਜਾ ਕੇ ਮੁੱਕਦੀਆਂ ਨੇ। ਉਹਨਾਂ ਨੇ ਜ਼ਿਕਰ ਕੀਤਾ ਗੰਗਾ, ਜਮਨਾ, ਸਰਸਵਤੀ। ਇਹ 3 ਨਦੀਆਂ, ਇੜਾ, ਪਿੰਗਲਾ, ਸੁਖਮਨਾ, ਇਹੀ ਇੱਕੋ ਚੀਜ਼ ਆ। ਇਹ ਵੀ 3 ਨਦੀਆਂ ਉੱਥੇ ਜਾ ਕੇ ਮੁੱਕਦੀਆਂ ਨੇ। ਸੋ ਜਿਹੜਾ ਹੇਮਕੁੰਟ ਪਰਬਤ ਹੈ ਜਹਾਂ, ਉਹ ਹੇਮਕੁੰਟ ਪਰਬਤ ਇਹ ਆ, ਇੱਥੇ ਹੀ ਗੁਰੂ ਦਾ ਨਿਵਾਸ ਹੈ। ਸੋ ਆਪਣੀ ਸੋਚ ਹੁੰਦੀ ਆ, ਕੋਈ ਕਹਿ ਲੈਂਦਾ ਹੈ ਹੀ ਕੁਛ ਨਹੀਂ, ਕੋਈ ਕਹਿ ਲੈਂਦਾ ਸਾਰਾ ਕੁਛ ਹੈ ਹੀ ਇੱਥੇ ਆ। ਕਈ 9 ਦੁਆਰਿਆਂ ਦੇ ਵਿੱਚ ਰਹਿ ਕੇ ਖੁਸ਼ ਰਹਿੰਦੇ ਆ, ਕਈ 9 ਦੁਆਰਿਆਂ 'ਚ ਆ ਕੇ ਰਾਜੀ ਨਹੀਂ। ਆਪਾਂ ਪੁਰਾਣੇ ਸਮਿਆਂ ਦੇ ਵਿੱਚ ਸਾਧੂ ਮਹਾਂਪੁਰਸ਼ ਦੇਖਦੇ ਸੀ, ਤਪੱਸਵੀ, ਉਹਨਾਂ ਦੀ ਉਮਰਾਂ ਬਹੁਤ ਲੰਬੀਆਂ ਸੀ। ਕਾਰਨ ਕਿਉਂਕਿ ਉਹ ਜ਼ਿਆਦਾ ਟਾਈਮ ਆਪਣਾ 10ਵੇਂ ਦੁਆਰ ਦੇ ਵਿੱਚ ਸਪੈਂਡ ਕਰਦੇ ਸੀ। 10ਵੇਂ ਦੁਆਰ ਦੇ ਵਿੱਚ ਨਾ ਉੱਥੇ ਕੋਈ ਹਵਾ ਆ, ਨਾ ਉੱਥੇ ਕੋਈ ਲਾਈਟ ਆ। ਜਿਹੜੀ ਲਾਈਟ ਹੈ ਉਹ ਕੁਦਰਤੀ ਰੋਸ਼ਨੀ ਆ, ਯਾਨੀ ਕਿ ਨਾ ਉੱਥੇ ਸੂਰਜ, ਨਾ ਚੰਦਰਮਾ, ਬਾਣੀ ਦੇ ਵਿੱਚ ਵੀ ਆਉਂਦਾ ਵਾ, ਅਤੇ ਉੱਥੇ ਹਵਾ ਵੀ ਨਹੀਂ ਹੈ। ਸਾਡੇ ਸਵਾਸ ਥੱਲੇ 9 ਦੁਆਰਾਂ ਦੇ ਵਿੱਚ ਰਹਿ ਜਾਂਦੇ ਆ, ਉੱਪਰ ਸਾਡਾ ਉੱਥੇ ਸਵਾਸ, ਯਾਨੀ ਕਿ ਜਦ ਆਪਾਂ 10ਵੇਂ ਦੁਆਰ 'ਚ ਜਾਂਦੇ ਹਾਂ ਤਾਂ ਆਪਣਾ ਜਿਹੜਾ 9 ਦੁਆਰਾਂ ਦਾ ਸਰੀਰ ਆ, ਇਹ ਇੱਕ ਹਿਸਾਬ ਦਾ ਮਰੇ ਵਾਂਗੂ ਹੋ ਜਾਂਦਾ।
ਇਹ ਦਸਮ ਦੁਆਰ ਚੀਜ਼ ਹੀ ਇਹੋ ਜਿਹੀ, ਉਹ ਜ਼ਿਆਦਾ ਟਾਈਮ ਆਪਣਾ ਦਸਮ ਦੁਆਰ ਸਪੈਂਡ ਕਰਦੇ ਸੀ। ਪੁਰਾਣੇ, ਹੁਣ ਦੀ ਗੱਲ ਨਹੀਂ ਕਰਦਾ, ਬਹੁਤ ਸਾਲ ਪਹਿਲਾਂ ਦੀ ਗੱਲ ਕਰਦਾ, ਉਹਨਾਂ ਦੀ ਉਮਰਾਂ 200 ਸਾਲ ਤੱਕ ਵੀ ਹੁੰਦੇ ਸੀ ਕਈਆਂ ਦੀਆਂ। ਸੋ ਇਹ ਕਈਆਂ ਨੂੰ ਗੱਪ ਵੀ ਲੱਗੂਗਾ। ਸੋ ਭਾਈ ਕੋਈ ਚੱਕਰ ਨਹੀਂ, ਸਫਾਈ ਦੇਣ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ। ਜਿਹੜੇ ਸੱਚ ਨੇ ਸੱਚ ਰਹਿਣਾ, ਗੱਪ ਕਹਿ ਲਓ, ਜੋ ਮਰਜ਼ੀ ਕਰ ਲਓ, ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹੇਮਕੁੰਟ ਗੁਰੂਦੁਆਰ, ਪਰਮ ਪੁਰਖ ਦੀ ਘਾਟੀ, ਕਿੰਨੀਆਂ ਐਗਜ਼ਾਮਪਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਿੱਤੀਆਂ ਨੇ, ਪਰ ਸਾਨੂੰ ਪ੍ਰਚਾਰਕ ਕੋਈ ਦੱਸ ਨਹੀਂ ਰਿਹਾ। ਜਿਹੜੇ ਦੱਸਦੇ ਆ ਉਹਨਾਂ ਨੂੰ ਕਹਿੰਦੇ ਇਹ ਤਾਂ ਐਵੇਂ ਹੀ ਆ, ਇਹ ਤਾਂ ਬਾਹਮਣ ਆ। ਗੁਰੂ ਸਾਹਿਬਾਂ ਨੇ ਵੀ ਆਪਣੀ ਅਵਸਥਾ ਲੱਖ ਪਾਤਾਲਾ ਪਾਤਾਲ, ਲੱਖ ਆਗਾਸਾ ਆਕਾਸ਼ ਕਹਤੇ, ਲੱਖਾਂ ਹੀ ਆਕਾਸ਼ ਦੇਖੇ, ਕਿੱਥੋਂ ਦੇਖ ਲਏ। ਇਹ ਅਵਸਥਾ ਉਹਨਾਂ ਦੀ ਜਦੋਂ ਗਈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਮੰਡ ਨੂੰ ਦੇਖਿਆ ਉਹਨਾਂ ਨੇ, ਇੰਨੀ ਜ਼ਿਆਦਾ ਅਵਸਥਾ ਉਹਨਾਂ ਦੀ, ਕਿਉਂਕਿ ਸਰਬ ਕਲਾ ਭਰਪੂਰ ਸੀਗੇ, ਲੱਖਾਂ ਹੀ ਆਕਾਸ਼ ਦੇਖਿਆ ਹੈ ਇਸ ਅਵਸਥਾ ਦੇ ਰਾਹੀਂ। ਗੁਰੂ ਸਾਹਿਬ ਵੀ ਫਿਰ ਤਾਂ ਬ੍ਰਾਹਮਣ ਹੀ ਹੋ ਗਏ, ਹੈ ਨਾ। ਉਹ ਸਾਡੀ ਅਵਸਥਾ ਬਣ ਚੁੱਕੀ ਹੈ, ਸਾਡੀ ਸੋਚ ਬਣ ਚੁੱਕੀ ਹੈ। ਬਸ ਵੀ ਅਸੀਂ ਉਹਨੇ ਕੁ ਦਾਇਰੇ 'ਚ ਸੀਮਿਤ ਰਹਿਣਾ ਵੀ ਰੱਬ ਤਾਂ ਹੈ ਨਹੀਂ, ਰੱਬ ਮਹਿਸੂਸ ਕਰਨ ਵਾਲੀ ਚੀਜ਼ ਆ, ਇਹ ਕਿਹੜਾ ਕੋਈ ਦੇਖਣ ਦਾ ਵਿਸ਼ਾ। ਸੋ ਜਿਹੜੇ ਮਹਿਸੂਸ ਕਰਦੇ ਉਹ ਮਹਿਸੂਸ ਕਰੀ ਜਾਣ, ਜਿਹੜੇ ਦੇਖਣ ਦਾ ਜਿਹਨਾਂ ਨੂੰ ਚਾਹਨਾ ਹੈਗੀ ਆ ਉਹਨਾਂ ਨੇ ਦੇਖ ਵੀ ਲਿਆ, ਅਤੇ ਉਹ ਗਾਂਹ ਵੀ ਸਾਨੂੰ ਪ੍ਰੇਰਦੇ ਆ ਵੀ ਦੇਖੋ ਜਿਹੜੀ ਪਰਮ ਪੁਰਖ ਦੀ ਘਾਟੀ ਆ, ਫਿਰ ਸਾਨੂੰ ਉਹ ਦਿਸੇਗੀ। ਫਿਰ ਕੀ ਅਵਸਥਾ ਬਣੂਗੀ, ਜੋ ਬ੍ਰਹਮੰਡੇ ਸੋਈ ਪਿੰਡੇ, ਅੰਦਰ ਸੱਚਖੰਡ ਦੇ ਦਰਸ਼ਨ ਹੋਣਗੇ। ਸਾਰਾ ਬ੍ਰਹਿਮੰਡ ਜੋ ਆਪਾਂ ਉੱਪਰ ਦੇਖ ਰਹੇ ਹਾਂ, ਵਿਗਿਆਨੀ ਤਾਂ ਇੰਨਾ ਖਰਚਾ ਕਰਕੇ ਰੋਕਟ ਬਣਾ ਕੇ ਉੱਪਰ ਜਾਂਦੇ ਆ। ਉੱਪਰ ਕਦੇ ਆਕਸੀਜਨ ਵਾਲੇ ਮਾਸਕ ਲਾਉਂਦੇ, ਕਦੇ ਕੁਛ ਲਾਉਂਦੇ, ਕਦੇ ਕੁਛ ਲਾਉਂਦੇ, ਵੀ ਸਵਾਸ ਹੈ ਨਹੀਂ, ਉੱਥੇ ਸਾਹ ਨਹੀਂ ਆਉਣਾ। ਉਹ ਬਥੇਰੇ ਢਗਵੰਜ ਕਰ ਕੇ ਜਾਂਦੇ ਆ, ਅੱਧੇ ਤਾਂ ਵਿੱਚ ਹੀ ਰਹਿ ਰੂ ਜਾਂਦੇ, ਅੱਧੇ ਚਲੋ ਪਹੁੰਚ ਜਾਂਦੇ ਆ। ਉਹ ਇੰਨੇ ਚੂਕੀ ਬੂਕੀ ਕਰਕੇ ਪਹੁੰਚਦੇ, ਅਸੀਂ ਬੈਠੇ ਬਿਠਾਏ ਪਹੁੰਚਣਾ। ਆਪਾਂ ਫਿਲਮਾਂ 'ਚ ਆਮ ਪੁਰਾਣੇ ਟਾਈਮ ਦੇਖਦੇ ਹੁੰਦੇ ਸੀ ਵੀ ਉਹ ਇੱਕ ਬੰਦਾ ਬੈਠਾ, ਉਹ ਧਿਆਨ ਧਰੀ ਬੈਠਾ, ਉਹਦਾ ਸਰੀਰ ਤਾਂ ਨੂੰ ਉੱਠ ਪਿਆ। ਉਹ ਸਰੀਰ ਨਹੀਂ ਤਾਂ ਨੂੰ, ਸਾਡੀ ਅਵਸਥਾ ਉੱਠਦੀ ਆ। ਸੋ ਉਹ ਅਵਸਥਾ ਬਣਾਉਣੀ ਆ, ਬਣਨੀ ਕਿਵੇਂ ਆ? ਮਨ ਗੁਰ ਮਿਲ ਕਾਜ ਸਵਾਰੇ, ਆਪਾਂ ਸਾਰੇ ਪੜ੍ਹਦੇ ਹਾਂ। ਮਨ ਅਤੇ ਗੁਰੂ ਜਦੋਂ ਮਿਲਦੇ ਆ ਨਾ, ਫਿਰ ਸਾਡੇ ਕਾਰਜ ਸਵਾਰਦੇ ਆ। ਮਨ ਤਾਂ ਤੁਹਾਨੂੰ ਪਤਾ ਹੀ ਹੈ, ਮਨ ਸਾਡਾ ਕੀ ਹੈ, ਮਨ ਹੀ ਜਾੜਾ। ਮਨ ਘੁੰਮਦਾ ਰਹਿੰਦਾ, ਲੱਗਦਾ ਨਹੀਂ ਜੀ ਐਸਾ ਨਹੀਂ ਹੋਇਆ, ਹੈ ਨਾ। ਜਿਹਨਾਂ ਨੂੰ ਕੋਈ ਨਹੀਂ ਲੱਭਿਆ ਉਹ ਪਾਗਲ ਵੀ ਹੋ ਗਿਆ। ਅਤੇ ਗੁਰੂ ਕੌਣ ਆ? ਮਨ ਗੁਰੂ, ਗੁਰੂ ਪਵਨ ਗੁਰੂ, ਪਾਣੀ ਪਿਤਾ। ਜਿਹੜੇ ਪਵਨ ਆ ਉਹ ਹਵਾ, ਉਹ ਸਾਡਾ ਗੁਰੂ ਆ। ਜਦੋਂ ਹਵਾ ਅਤੇ ਮਨ ਮਿਲਦੇ ਆ, ਫਿਰ ਪਰਮ ਪੁਰਖ ਦੀ ਘਾਟੀ ਆਉਂਦੀ ਆ। ਸੋ ਇਹ ਚੀਜ਼ਾਂ ਇੱਕ ਮਹਾਂਪੁਰਸ਼ ਹੋਊਗਾ ਤਾਂ ਸਾਨੂੰ ਉਹ ਸਮਝਾ ਸਕਦਾ। ਜੇ ਮੇਰੇ ਵਰਗਾ ਉੱਠ ਕੇ ਸਮਝਾਉਣ ਲੱਗ ਜੇ ਤਾਂ ਉਹ ਗੱਲ ਨਹੀਂ ਬਣਦੀ। ਸੋ ਭਾਵਨਾ ਨਾਲ ਹੀ ਸਾਰਾ ਕੁਛ ਬਣਨਾ। ਭਾਵਨਾ ਬਹੁਤ ਜ਼ਰੂਰੀ ਹੈ, ਤਰਕ ਨਹੀਂ ਜ਼ਰੂਰੀ। ਤਰਕ ਕਰੋ ਉਹਨਾਂ 'ਤੇ ਜਿਹੜੇ ਤੁਹਾਡੀ ਭਾਵਨਾ ਦਾ ਨਜਾਇਜ਼ ਫਾਇਦਾ ਚੱਕਦੇ ਆ, ਚਾਹੇ ਕੋਈ ਪ੍ਰਚਾਰਕ ਹੈ, ਚਾਹੇ ਕੋਈ ਸਾਧੂ ਮਹਾਤਮਾ, ਚਾਹੇ ਕੋਈ ਬਾਬਾ। ਕਈ ਕਹਿ ਦਿੰਦੇ ਆ ਵੀ ਹੁਣ ਕਿਉਂਕਿ ਉਹਨਾਂ 'ਚ ਭਾਵਨਾ ਨਹੀਂ ਹੈ। ਸਾਡਾ ਜੀ ਮਨ ਨਹੀਂ ਖੜਦਾ, ਅਸੀਂ ਧਿਆਨ ਲਾਉਂਦੇ ਹਾਂ, ਸਾਡਾ ਮਨ ਨਹੀਂ ਖੜਦਾ। ਸੋ ਇੱਕ ਚੀਜ਼ ਮੈਂ ਤੁਹਾਨੂੰ ਦੱਸ ਰਿਹਾ, ਛੋਟਾ ਜਿਹਾ ਨੁਕਤਾ, ਬਈ ਆਪਾਂ ਨੂੰ ਨੀਂਦ ਨਾ ਆਉਂਦੀ ਹੋਵੇ, ਜੇ ਆਪਾਂ ਧੱਕਾ ਕਰੀਏ ਸਰੀਰ ਨਾਲ ਵੀ ਨੀਂਦ ਆਵੇ ਆਵੇ ਆਵੇ, ਆਜੂ ਨਹੀਂ ਆਉਂਦੀ। ਨੀਂਦ ਆਪਣੇ ਆਪ ਆਵੇਗੀ। ਜਿਹੜਾ ਧਿਆਨ ਆ, ਆਪਾਂ ਧਿਆਨ ਦੀ ਅਵਸਥਾ 'ਚ ਬਹਿਣਾ, ਬਾਕੀ ਕੰਮ ਸਾਰਾ ਗੁਰੂ ਦਾ, ਆਪਣਾ ਕੋਈ ਕੰਮ ਨਹੀਂ ਉਹਦੇ 'ਚ। ਮਨ ਭੱਜਦਾ, ਭੱਜ ਲੈਣ ਦਿਓ, ਕਿੰਨਾ ਕੁ ਭੱਜ ਲੂ। ਜੋ ਵਿਚਾਰ ਹੁੰਦੇ ਆ ਉਸ ਟਾਈਮ ਵੱਧ ਆਉਣਗੇ, ਭੱਜ ਲੈਣ ਦੇ, ਕੋਈ ਚੱਕਰ ਨਹੀਂ, ਆਪੇ ਥੱਕ ਹਾਰ ਕੇ ਬਹਿ ਜੂ। ਜਿਹੜਾ ਧਿਆਨ ਆ ਉਹ ਅਸੀਂ ਲਾਉਣਾ ਨਹੀਂ, ਉਹ ਲੱਗ ਜਾਂਦਾ। ਨੀਂਦ ਆ, ਉਹ ਨੀਂਦ ਆਉਂਦੀ ਨਹੀਂ, ਆਪਣੇ ਆਪ ਆ ਜਾਂਦੀ ਹੁੰਦੀ ਆ। ਜੇ ਆਪਾਂ ਕਹੇ ਵੀ ਧੱਕੇ ਨਾਲ ਸੌਂ ਲਾਂਗੇ, ਪਰ ਨਹੀਂ, ਆਪਾਂ ਬਿਸਤਰੇ 'ਚ ਪਾਵਾਂਗੇ, ਨੀਂਦ ਵਾਲੀ ਅਵਸਥਾ 'ਚ ਆਪਾਂ ਪੈ ਗਏ, ਆਰਾਮ, ਪੂਰਾ ਸਰੀਰ ਰਿਲੈਕਸ ਕਰ ਲਿਆ, ਢਿੱਲਾ ਛੱਡਤਾ। 5-10 ਮਿੰਟ, 15 ਮਿੰਟ, ਅੱਧੇ ਘੰਟੇ ਬਾਅਦ ਨੀਂਦ ਆ ਜਾਏਗੀ, ਪਾਸੇ ਪੂਸੇ ਮਾਰ ਕੇ ਆ ਜਾਊਗੀ। ਸੋ ਸਰੀਰ ਦੀ ਅਵਸਥਾ, ਸਾਡਾ ਧਿਆਨ ਆ, ਧਿਆਨ ਲਾ ਲਿਆ, ਧਿਆਨ ਨਹੀਂ ਲੱਗਦਾ, ਮਨ ਨਹੀਂ ਖੜਦਾ। ਇਹ ਮਨ ਖੜਾਉਣਾ ਜਾਂ ਧਿਆਨ ਲਾਉਣਾ, ਇਹ ਆਪਣੇ ਵੱਸ ਦੀ ਗੱਲ ਨਹੀਂ, ਇਹ ਗੁਰੂ ਦੀ ਵੱਸ ਆ। ਗੁਰੂ ਨੇ ਹੀ ਸਾਰਾ ਕੁਛ ਕਰਨਾ। ਮੁੱਕਦੀ ਗੱਲ ਭਾਵਨਾ, ਸ਼ਰਧਾ। ਗੁਰੂ ਦੇ ਵਿੱਚ ਸ਼ਰਧਾ ਹੈ ਤਾਂ ਠੀਕ ਆ, ਨਹੀਂ ਸ਼ਰਧਾ ਹੈ ਤਾਂ ਗੁਰੂ ਵੀ ਹੈ ਨਹੀਂ।
परम पुरख की घाटी भी है नहीं। हुण कई जांदे गुप्त आ ते सानूं खोलण दी कोई लोड़ आ, हत्थ ना उपड़े थूह कौड़ी वाली गल हो जाती आ। जिन्हां नूं कुछ नहीं लभ्या वो कहंदे बथेरिਆਂ कर करके देख लिया, असीं हुण तां बाबा शब्द ਚੱਕਤਾ, ਅਸੀਂ ਹੁਣ ਰੱਬ ਨੂੰ है नहीं कह ਦਾਂਗੇ। लोग भी मगर लग जाणगे क्योंकि लोगों का उन्हें पहलियां कुछ वीडियो दे विच कुछ गल्लां दे विच उन्होंने देख लिया भी इंटरस्ट किधर आ, उधर हो गया। सो उन्होंने अपने नाल जोड़ लिया, वो गुरु दे नाल नहीं जोड़िया, वो अपने नाल जोड़ लिया। कुछ बाबे कहंदे भी साडा अमृत छको, फिर आखिर नूं कहंदे इनू अमृत असीं छकाया। उन्होंने पुछ लो आ भी कित्थों अमृत छकिया, मैं फलाणे बाबे तो अमृत छकिया, उन्हां दा सिख बन गया। कोई नहीं कहता भी मैं कलगीधर दा अमृत छकिया, मैं कलगीधर दा पुत्तर हाँ। अपने नां दे पिछे गोत लिखाई फिरदे आ, कोई कुछ लिखाई फिरदा, कोई कुछ लिखाई फिरदा। ਸਿੰਘ लिखाउण च उन्हां नूं शर्म आउंदी है कल्लिਆਂ नूं। सो ये चीज़ां चंगीआं गल्लां नहीं हैगीआं। कलगीधर पातशाह ने भी हुक्म किया भी सानूं जात दा जिहड़ा गर्भ आ वो नहीं करना चाहिए। गोत सब खत्म। ये गोत लिखाउणे बहुत वड्डी नलायकी आ। कई बार कमेंट काफ़ी आउंदे आ, आपदा गोत लिखा लिखा के बड़ी शेखी समझते आ। सो अपनी जात दस्सण दे विच बड़ी शेखी समझते आ। असीं जाटां, कोई कहंदा जी असीं मैं कोई होर नीवीं कास्ट दा पर मैं बथेरा कुछ कर दिंदा हुंदा। भी दसो भी भगत रविदास जी नूं तुसीं नीवीं जाति दा क्यों गिणदे हो? जे नीवीं जाति दा गुरु साहिबां ने गिणिया हुंदा तां उन्हां दी बाणी असीं सारे नहीं पढ़दे होना सीगा। वो नीवीं जाति दे नहीं सी, वो परमात्मा की जाति दे विचों। परमात्मा की जाति रब की जाति नीवीं है, साडी सोच नीवीं हो गई है। सो इस चीज़ां तो थोड़ा जिहा परहेज करो। तर्क वाले पासों थोड़ा जिहा हटोगे, 5-10 मिनट लई भावें एक दिन च हट जाया करो। अपनी पूरी शरधा दे नाल गुरु का नाम जप लिया करो। सो इस तो वड्डा कोई पुण्य नहीं हैगा। ते सो हुण दिओ आग्या।